ਧੀ ਦਾ ਪਿਓ ਦੇ ਨਾਲ ਰਿਸ਼ਤਾ ਜਿਹੜਾ ਜਿਸ ਤਰ੍ਹਾਂ ਦਾ ਬਣਿਆ ਹੈ ਉਹਦੇ ਨਾਲ ਲੱਗਦਾ ਸੀ ਡਰ ਲੱਗਿਆ ਸਟਾਰਟਿੰਗ ਦੇ ਵਿੱਚ ਕਿ ਜਦੋਂ ਇਸ ਤਰ੍ਹਾਂ ਦੀ ਗੱਲ ਪਤਾ ਲੱਗੀ डर लगा कि मतलब ऑपरेशन होगा क्या होगा। एक मन में ख्याल आता था कि ऑपरेशन के बाद शायद मतलब आए ना आए वापस, इससे बढ़िया ऐसी है जितने दिन रहे हमारे साथ ऐसी रह ले, ऐसा है। जैसे दिल में छेद होता है, कई बार हार्ट फेल हो जाता है, मतलब डॉक्टर से जिससे मैंने पूछा कि इसका ये नहीं पता लगेगा कि कब हार्ट फेल हो गया और फिर कुछ नहीं कर सकते उसके बाद। एक मतलब एक टाइम ऐसा आएगा उसके बाद डॉक्टर के पास भी जाके फायदा नहीं है। ਕਿਉਂਕਿ ਅੱਜ ਕੱਲ੍ਹ ਅਸੀਂ ਅਗਰ ਦੇਖੀਏ ਕਿ ਅਗਰ ਜੋ ਹਾਰਟ ਦੇ ਆਪਰੇਸ਼ਨ ਹੁੰਦੇ ਹੈ ਉਹਦੇ ਵਿੱਚ ਸਾਹਮਣੇ ਤੋਂ ਕੱਟ ਆਉਂਦਾ ਹੈ, ਲੰਬਾ ਕੱਟ ਹੁੰਦਾ ਹੈ ਤੇ ਹੱਡੀ ਕੱਟ ਕੇ ਆਪਰੇਸ਼ਨ ਕਰਨਾ ਪੈਂਦਾ ਹੈ। ਤਾਂ ਇਹ ਟੈਕਨੀਕ ਨੂੰ ਅਸੀਂ ਚੇਂਜ ਕਰਨਾ ਚਾਹੁੰਦੇ ਹਾਂ। ਤਾਂ ਇਹ ਨਵੀਂ ਟੈਕਨੀਕ ਦੇ ਵਿੱਚ ਕੇਵਲ 6 ਸੈਂਟੀਮੀਟਰ ਦਾ ਕੱਟ ਆਉਂਦਾ ਹੈ ਔਰ ਜੋ ਵੀ ਹੱਥ ਦੇ ਨੀਚੇ ਰਹਿੰਦਾ ਹੈ ਰਾਈਟ ਸਾਈਡ ਵਿੱਚ। ਲੋਕ ਸੁਝਾਅ ਬਹੁਤ ਦਿੰਦੇ ਨੇ ਕਿ ਇਸ ਤਰ੍ਹਾਂ ਕਰ ਲਓ, ਇਸ ਤਰ੍ਹਾਂ ਕਰ ਲਓ, ਉਦੋਂ ਵੀ ਹੋਇਆ ਇਸ ਤਰ੍ਹਾਂ ਦਾ? हाँ हुआ, मैंने आपको भी बताया था कि किसी ने बोला कि इसको झड़वा लो, हम किसी तांत्रिक के पास चले गए कि झड़वा लिया। किसी ने बोला कि इसको देसी दवाई खिला के दिखाओ उससे ठीक हो जाएगा, फिर हमने वो देसी दवाई भी शुरू कर दी। बट इंसान अगर पढ़ा लिखा होता है इंसान समझ जाता है कि तांत्रिक भी कितना करेगा, क्या करेगा तांत्रिक, होता क्या है तांत्रिक। तो हमने तांत्रिक के पास गए, 1-1.5 महीना वहाँ चलते रहे, फिर दोबारा इको कराया तो देखा तो हार्ट का शेप तो वही है। ਤਾਂ ਅਗਰ ਲੌਂਗ ਟਰਮ ਦੇਸੀ ਦਵਾਈ ਬਿਨਾਂ ਕਿਸੇ ਸਾਇੰਟੀਫਿਕ ਪ੍ਰੂਫ ਨਾਲ ਖਿਲਾਈ ਜਾਏ ਤਾਂ ਉਸ ਦੇ ਵਿੱਚ ਕਿਡਨੀ ਔਰ ਲਿਵਰ ਨੂੰ ਨੁਕਸਾਨ ਕਰ ਸਕਦੀ ਹੈ। ਦੇਖੋ ਜੀ, ਬੱਚੇ ਦਾ ਅਸੀਂ ਆਪਰੇਸ਼ਨ ਕੀਤਾ ਬੁੱਧਵਾਰ ਨੂੰ ਸਪੋਜ਼, ਤੋਂ ਬੱਚੇ ਨੂੰ ਅਸੀਂ ਸ਼ਨੀਵਾਰ ਤੱਕ ਛੁੱਟੀ ਕਰ ਦਿੱਤੀ ਸੀ ਤੇ ਬੱਚਾ ਨॉर्मल ਚੱਲ ਫਿਰ ਸਕਦਾ ਸੀਗਾ। अब आज 15 दिन हुए हैं, ਬੱਚਾ ਨॉर्मल खेल सकता है क्योंकि कोई हड्डी नहीं कटी, तो फिर कोई ऐसा कोई प्रिकॉशन ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹਦੇ ਵਿੱਚ। ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਮ ਤੌਰ ਤੇ ਅਸੀਂ ਬੱਚਿਆਂ ਦੀ ਪਰੇਸ਼ਾਨੀਆਂ ਨੂੰ ਸੁਣਦੇ ਹਾਂ, ਸਮਝਦੇ ਹਾਂ ਤੇ ਆਖਰਕਾਰ ਜਦੋਂ ਇਹ ਸੁਣਨ ਸਮਝਣ ਤੱਕ ਦੀ ਤਾਂ ਬਹੁਤ ਠੀਕ ਰਹਿੰਦਾ, ਪਰ ਜਦੋਂ ਆਪਦੇ ਕਿਸੇ ਬੱਚੇ ਨੂੰ ਪਰੇਸ਼ਾਨੀ ਜਦੋਂ ਆਉਂਦੀ ਆ ਉਦੋਂ ਸੋਚਿਆ ਜਾ ਸਕਦਾ ਕਿ ਆਖਰਕਾਰ ਇੱਕ ਪਰਿਵਾਰ ਤੇ ਕੀ ਗੁਜ਼ਰਦੀ ਹੈ। ਸਾਡੇ ਨਾਲ ਫੈਮਿਲੀ ਹੈਗੀ ਹੈ ਕਨਿਕਾ। ਆਖਰਕਾਰ ਕਹੀਏ ਕਿ ਕਨਿਕਾ ਨੂੰ ਲੈ ਕੇ ਅੱਜ ਗੱਲ ਕਰਾਂਗੇ ਕਿਉਂਕਿ ਇਹ ਪਰਿਵਾਰ ਪੌਂਟਾ ਸਾਹਿਬ ਦਾ ਰਹਿਣ ਵਾਲਾ, ਪਰ ਜਦੋਂ ਇਸ ਬੱਚੇ ਨੂੰ ਪਰੇਸ਼ਾਨੀ ਸ਼ੁਰੂ ਹੋਈ ਤਾਂ ਉਦੋਂ ਇਹ ਪਰੇਸ਼ਾਨੀ ਸਿਰਫ ਇਸ ਬੱਚੇ ਦੀ ਨਹੀਂ ਸੀ ਬਲਕਿ ਪੂਰੇ ਪਰਿਵਾਰ ਦੀ ਵੀ ਸੀ, ਕਿਉਂਕਿ ਪੂਰੇ ਬੱਚੇ ਦੀ ਇੱਕ ਜ਼ਿੰਦਗੀ ਨੂੰ ਲੈ ਕੇ ਸਵਾਲ ਖੜਾ ਹੋ ਜਾਂਦਾ ਹੈ, ਖਾਸ ਕਰ ਜਦੋਂ ਧੀ ਹੋਵੇ। ਤੇ ਨਾਲ ਹੀ ਉਹਦੇ ਨਾਲ ਜੁੜੀਆਂ ਹੋਈਆਂ ਪਰੇਸ਼ਾਨੀਆਂ ਦੇ ਵਿੱਚ ਇਹ ਵੀ ਸੀ ਕਿ ਆਖਰਕਾਰ ਜੇਕਰ ਅੱਜ ਧੀ ਦੇ ਕੋਈ ਇਸ ਤਰ੍ਹਾਂ ਦਾ ਕੱਟ ਜਾਂ ਕਹੀਏ ਕਿ ਜਦੋਂ ਆਪਰੇਟ ਹੋਣਾ ਕੋਈ ਪਰੇਸ਼ਾਨੀ ਖੜੀ ਹੋ ਜਾਂਦੀ ਹੈ ਤਾਂ ਉਮਰ ਭਵਿੱਖ ਦੇ ਉੱਤੇ ਵਿਆਹ ਤੱਕ ਜਦੋਂ ਗੱਲ ਜਾਂਦੀ ਹੈ ਤਾਂ ਉਦੋਂ ਤੱਕ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਸਾਡੇ ਨਾਲ ਡਾਕਟਰ ਅਸ਼ਵਨੀ ਬਾਂਸਲ ਹੈਗੇ ਨੇਗੇ, ਇਹਦੇ ਵਿੱਚ ਵੀ ਡਾਕਟਰ ਰਹੇ ਨੇਗੇ, ਤੇ ਹੁਣ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਨਵੀਂ ਤਕਨੀਕ ਦੇ ਨਾਲ ਇੱਕ ਆਪਰੇਟ ਕਰਿਆ ਉਹਦੇ ਨਾਲ ਇਸ ਪੂਰੇ ਪਰਿਵਾਰ ਦੀ ਤਾਂ ਜ਼ਿੰਦਗੀ ਬਦਲੀ ਵੀ, ਤੇ ਇੱਕ ਹੋਰ ਵੀ ਜੇ ਕਿਹਾ ਜਾਵੇ ਬੱਚਿਆਂ ਦੇ ਵਾਸਤੇ ਕਹਿ ਸਕਦੇ ਹਾਂ ਕਿ ਇੱਕ ਵੱਡੀ ਦੇਣ ਨਾਲ ਗੱਲ ਕਰਾਂਗੇ ਇਹਨਾਂ ਦੇ ਨਾਲ। ਪਹਿਲਾਂ ਤਾਂ ਦੇਖੋ, ਬੱਚੇ ਨੂੰ ਸ਼ੁਰੂਆਤ ਜੇ ਕਹੀਏ ਕਿ ਸ਼ੁਰੂਆਤੀ ਸਮੱਸਿਆ ਆਈ ਕਿੱਥੋਂ ਸੀ, ਇੱਥੋਂ ਪਤਾ ਲੱਗਿਆ ਤੁਹਾਨੂੰ ਕਿ ਆਖਰਕਾਰ ਇਸ ਤਰ੍ਹਾਂ ਦੀ ਦਿੱਕਤ ਹੋ ਸਕਦੀ ਹੈ? सर ये यूरिन पास करती थी रात को सोते टाइम, तो हमें लगता था कि बच्चा बड़ा हो रहा है, यूरिन पास अब नहीं करना चाहिए, तो हम नॉर्मली डॉक्टर के पास गए कि डॉक्टर से कंसर्न कर लेते हैं कि वो शायद कोई मेडिसिन दे देगा और ये यूरिन पास करना बंद कर देगी सोते टाइम रात को। बट जैसे हम डॉक्टर के पास गए, उन्होंने इसकी हार्ट बीट चेक की तो उन्होंने हमें कहा कि मुझे डाउट हो रहा है कि इसके हार्ट में होल हो सकता है। तब उन्होंने कहा कि आप इको करा लीजिए तो कंफर्म हो जाएगा ऐसा कुछ है ये नहीं है। तो मेरे हस्बैंड गए और उन्होंने इसका इको कराया। इको में पता लगा कि इसकी हार्ट में होल है। ਦੇਖਿਆ ਜਾਵੇ ਆਮ ਤੌਰ ਤੇ ਕਿਹਾ ਜਾਂਦਾ ਬੇਟੀਆਂ ਕਹਿੰਦੇ ਪਿਓ ਦੇ ਕਰੀਬ ਬਹੁਤ ਹੁੰਦੀਆਂ ਨੇ, ਧੀ ਦਾ ਪਿਓ ਦੇ ਨਾਲ ਰਿਸ਼ਤਾ ਜਿਹੜਾ ਜਿਸ ਤਰ੍ਹਾਂ ਦਾ ਬਣਿਆ ਹੈ ਉਹਦੇ ਨਾਲ ਲੱਗਦਾ ਸੀ ਡਰ ਲੱਗਿਆ ਸਟਾਰਟਿੰਗ ਦੇ ਵਿੱਚ ਕਿ ਜਦੋਂ ਇਸ ਤਰ੍ਹਾਂ ਦੀ ਗੱਲ ਪਤਾ ਲੱਗੀ? डर तो लगता है सर, डर लगा कि मतलब ऑपरेशन होगा क्या होगा। एक मन में ख्याल आता था कि ऑपरेशन के बाद शायद मतलब आए ना आए वापस, इससे बढ़िया ऐसी है जितने दिन रहे हमारे साथ ऐसी रह ले, ऐसा है। ਪਰ ਇਹ ਚੀਜ਼ ਸੋਚਦੇ ਕਹੀਏ ਕਿ ਦਿਲ ਕੰਬ ਉੱਠਦਾ ਜਦੋਂ ਇਹ ਚੀਜ਼ ਸੋਚਦੇ ਆ ਵੀ ਜਿੰਨੇ ਦਿਨ ਰਹੇ ਸਾਡੇ ਨਾਲ ਰਹੇ ਤੇ ਪਤਾ ਨਹੀਂ ਅੱਗੇ ਦਾ ਉਹਦਾ ਭਵਿੱਖ ਕੀ ਹੋਵੇ। हाँ, उसमें ये डर था, लेकिन एक ये था कि ऐसे जैसे दिल में छेद होता है, कई बार हार्ट फेल हो जाता है, मतलब डॉक्टर से जिससे मैंने पूछा कि इसका ये नहीं पता लगेगा कि कब हार्ट फेल हो गया और फिर कुछ नहीं कर सकते उसके बाद। एक मतलब एक टाइम ऐसा आएगा उसके बाद डॉक्टर के पास भी जाके फ़ायदा नहीं है। ਪਰ ਦੇਖਿਆ ਜਾਵੇ ਆਮ ਤੌਰ ਤੇ ਇਸ ਤਰ੍ਹਾਂ ਦੀ ਕਹਾਣੀਆਂ ਹੁਣ ਅਸੀਂ ਪਹਿਲਾਂ ਬਹੁਤ ਸੁਣ ਚੁੱਕੇ ਹਾਂ ਕਿ ਬੱਚਿਆਂ ਦੇ ਦਿਲ 'ਚ ਸਰਾਪ ਹੁੰਦਾ, ਆਪਰੇਟ ਹੋ ਜਾਂਦਾ, ਠੀਕ ਹੋ ਜਾਂਦਾ, ਪਰ ਆਪਣੇ ਆਪ ਤੇ ਜਦੋਂ ਗੱਲ ਆਉਂਦੀ ਹੈ ਬੜਾ ਹੌਸਲਾ ਦੇਣਾ ਔਖਾ ਹੋ ਜਾਂਦਾ ਸੀ। ਇਸ ਤਰ੍ਹਾਂ ਦਾ ਕੀ ਸਿਚੁਏਸ਼ਨ ਕਿਤੇ ਇਸ ਤਰ੍ਹਾਂ ਦੀ ਬਣੇ ਕਿ ਆਖਰ ਕੱਲ੍ਹ ਨੂੰ ਕੁਛ ਹੋ ਜਾਂਦਾ, ਮਨ ਦੇ ਵਿੱਚ 100 ਤਰ੍ਹਾਂ ਦੇ ਵਿਚਾਰ ਆਉਣ? हाँ, कि मेरा बच्चा है अभी, तो मान लो मेरे पास है, ऑपरेशन होते होते अगर कुछ हो जाए ये डर तो होता ही है, लेकिन अगर कोई अच्छे से समझा के
समझा के और बताए कि नहीं कोई दिक्कत नहीं है, ऐसे ऑपरेशन होते हैं और वो नॉर्मली ठीक हो जाते हैं और फ्यूचर में भी वो ठीक रहते हैं। एक मतलब गाइड करने वाला होना, तब मेंटली प्रिपेयर्ड हो सकता है अगर किया जाए। ਬਿਲਕੁਲ ਤੁਹਾਡੇ ਨਾਲ ਵੀ ਦੁਬਾਰੇ ਗੱਲ ਕਰਾਂਗੇ, ਪਰ ਡਾਕਟਰ ਸਾਹਿਬ ਦੇਖਿਆ ਜਾਵੇ ਇਹ ਪਰੇਸ਼ਾਨੀ ਭਾਵੇਂ ਨਾਰਮਲ ਜੀ ਲੱਗਣ ਲੱਗ ਗਈ ਅੱਜ ਕੱਲ੍ਹ, ਕਿਉਂਕਿ ਕੇਸਿਸ ਬਹੁਤ ਜ਼ਿਆਦਾ ਆ ਰਹੇ ਨੇ, ਪਰ ਦੇਖਿਆ ਜਾਵੇ ਇੱਕ ਜਦੋਂ ਜੇ ਕਹੀਏ ਕਿ ਕੁੜੀ ਵਾਸਤੇ ਕਿੰਨਾ ਪਰੇਸ਼ਾਨ ਉਹ ਖੜੀ ਹੋ ਜਾਂਦੀ ਹੈ ਜੇਕਰ ਜਿਹੜੇ ਨਾਰਮਲ ਆਪਰੇਟ ਹੁੰਦੇ ਨੇਗੇ, ਕਿਉਂਕਿ ਪਹਿਲਾਂ ਕੁਛ ਮਰਜ਼ੀ ਕਹਿ ਲਈਏ ਆਪਾਂ, ਕਿਉਂਕਿ ਅੱਜ ਆਪਾਂ ਨੂੰ ਬੱਚਾ ਦਿਖ ਰਿਹਾ ਹੁੰਦਾ, ਪਰ ਜਿਉਂ-ਜਿਉਂ ਉਹ ਵੱਡਾ ਹੁੰਦਾ ਉਹਦੇ ਭਵਿੱਖ ਤੇ ਗੱਲ ਆ ਜਾਂਦੀ ਹੈ, ਵਿਆਹ ਤੱਕ ਗੱਲ ਆਉਂਦੀ ਹੈ ਤਾਂ ਬੜੀ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ। ਹਾਂਜੀ, ਕਿਉਂਕਿ ਅੱਜ ਕੱਲ੍ਹ ਅਸੀਂ ਅਗਰ ਦੇਖੀਏ ਕਿ ਅਗਰ ਜੋ ਹਾਰਟ ਦੇ ਆਪਰੇਸ਼ਨ ਹੁੰਦੇ ਹੈ ਉਹਦੇ ਵਿੱਚ ਸਾਹਮਣੇ ਤੋਂ ਕੱਟ ਆਉਂਦਾ ਹੈ, ਲੰਬਾ ਕੱਟ ਹੁੰਦਾ ਹੈ ਤੇ ਹੱਡੀ ਕੱਟ ਕੇ ਆਪਰੇਸ਼ਨ ਕਰਨਾ ਪੈਂਦਾ ਹੈ, ਤਾਂ ਇਹ ਟੈਕਨੀਕ ਨੂੰ ਅਸੀਂ ਚੇਂਜ ਕਰਨਾ ਚਾਹੁੰਦੇ ਹਾਂ। ਤੋ ਇਸੀ ਕਰਕੇ ਅਸੀਂ ਕਾਫੀ ਰਿਸਰਚ ਕੀਤਾ, ਯੂਰਪ ਜਾ ਕੇ ਟੈਕਨੀਕ ਵੀ ਸਿੱਖੀ ਤੇ ਅਸੀਂ ਮਿਲ ਕੇ ਵੀ ਅਸੀਂ ਡਿਸਕਸ ਕਰਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਹਾਰਟ ਦੇ ਪੇਸ਼ੈਂਟ ਨੂੰ ਜਲਦੀ ਠੀਕ ਕਰਨ ਵਾਸਤੇ ਟੈਕਨੀਕ ਨੂੰ ਬਦਲੀਏ। ਤਾਂ ਇਹ ਨਵੀਂ ਟੈਕਨੀਕ ਦੇ ਵਿੱਚ ਕੇਵਲ 6 ਸੈਂਟੀਮੀਟਰ ਦਾ ਕੱਟ ਆਉਂਦਾ ਹੈ ਔਰ ਜੋ ਵੀ ਹੱਥ ਦੇ ਨੀਚੇ ਰਹਿੰਦਾ ਹੈ ਰਾਈਟ ਸਾਈਡ ਮੇ, ਤੇ ਬੱਚਾ ਅਗਰ ਹਾਰਟ ਪਹਿਲਾਂ ਵਾਲੀ 'ਚ ਫਰੰਟ ਸਾਈਡ ਤੋਂ ਕੱਟ ਲੱਗਦਾ ਸਾਈਡ ਤੋਂ ਕੱਟ ਆਉਂਦਾ ਸੀ, ਤਾਂ ਅਗਰ ਜੋ ਇਹ ਟੈਕਨੀਕ ਨਾਲ ਅਗਰ ਬੱਚਾ ਹੱਥ ਨਹੀਂ ਉਠਾਏਗਾ ਤਾਂ ਬੱਚੇ ਦਾ ਕੱਟ ਦਿਖਾਈ ਵੀ ਨਹੀਂ ਦੇਗਾ, ਤੇ ਬੱਚੇ ਨੂੰ ਅੱਗੇ ਸੋਸ਼ਲੀ ਲਾਈਫ ਦੇ ਵਿੱਚ ਮੈਰਿਜ ਦੇ ਟਾਈਮ ਤੇ ਉਸ ਦਾ ਬੜਾ ਫਾਇਦਾ ਮਿਲੇਗਾ। ਤੇ ਕੱਟ ਧੀਰੇ ਧੀਰੇ, ਕਿਉਂਕਿ ਇੱਥੇ ਦੀ ਸਕਿਨ ਲੈਕਸ ਹੁੰਦੀ ਹੈ, ਤਾਂ ਧੀਰੇ ਧੀਰੇ ਕੱਟ ਦਾ ਸਾਈਜ਼ ਛੋਟਾ ਹੋ ਜਾਊਗਾ ਤੇ ਸਾਹਮਣੇ ਦਾ ਕੱਟ ਜੋ ਹੁੰਦਾ ਸਕਿਨ ਸਟ੍ਰੈਚ ਹੁੰਦੀ ਹੈ ਤਾਂ ਟਾਈਮ ਨਾਲ ਵੱਡਾ ਹੋ ਜਾਂਦਾ ਹੈ। ਤਾਂ ਬੱਚੇ ਨੂੰ ਇਹ ਬੜਾ ਫਾਇਦਾ ਹੈ, ਕਿਉਂਕਿ ਆਦੇ ਅਸੀਂ ਹਾਰਟ ਨੂੰ ਹੀ ਨਹੀਂ ਠੀਕ ਕਰਨਾ, ਬੱਚੇ ਨੂੰ ਸੋਸ਼ਲੀ ਤੇ ਸਾਈਕੋਲੋਜੀਕਲੀ ਵੀ ਅਸੀਂ ਉਸ ਨੂੰ ਨਾਰਮਲ ਲਾਈਫ ਦੇਣੀ ਹੈ। ਇੱਕ ਚੀਜ਼ ਦੱਸੋ, ਕਿਉਂਕਿ ਤੁਸੀਂ ਪਹਿਲਾਂ ਵੀ ਆਪਰੇਟ ਕੀਤੇ ਹੋਣੇ ਆ ਤੇ ਦੇਸ਼ ਦੇ ਵੱਡੇ ਸੰਸਥਾਨ 'ਚ ਤੁਸੀਂ ਰਹੇ ਹੋ, ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਉੱਥੇ ਨੈਚੁਰਲ ਹੋ ਜਾਂਦੀਆਂ ਨੇ ਕਿ ਬਿਲਕੁਲ ਕਹੀਏ, ਪਰ ਇਹ ਜਦੋਂ ਤੁਸੀਂ ਫੈਮਿਲੀ ਕੋਈ ਆਉਂਦੀ ਹੈ, ਜਿਵੇਂ ਕਿ ਇਹ ਫੈਮਿਲੀ ਵੀ ਤੁਹਾਡੇ ਕੋਲ ਆਈ ਹੈ, ਤਾਂ ਉਦੋਂ ਪਹਿਲਾਂ ਉਹ ਵੈਸੇ ਦੱਸਦੇ ਹੋ ਕਿ ਆਖਰਕਾਰ ਇਹ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀ ਸ਼ੇਪ ਲੈ ਜਾਏਗਾ, ਜਾਂ ਇਸ ਤਰ੍ਹਾਂ ਦਾ ਬਣ ਜਾਏਗਾ, ਜਾਂ ਇਸ ਤਰ੍ਹਾਂ ਦੀ ਦਿੱਕਤਾਂ ਆਉਣਗੀਆਂ, ਕਿਉਂਕਿ ਡਾਕਟਰ ਫਾਇਦੇ ਨੁਕਸਾਨ ਦੋਨੇ ਦੱਸ ਦਿੰਦਾ, ਉਹ ਡਿਪੈਂਡ ਮਰੀਜ਼ ਤੇ ਹੁੰਦਾ ਕਿ ਉਹ ਕਿਸ ਤਰ੍ਹਾਂ ਦਾ ਆਪਰੇਟ ਕਰਾ। ਹਾਂਜੀ ਹਾਂਜੀ, ਬਿਲਕੁਲ। ਅਸੀਂ ਆਪਣੀ ਓਪੀਡੀ ਦੇ ਵਿੱਚ ਅਸੀਂ ਫੋਟੋ ਲਗਾ ਕੇ, ਅਸੀਂ ਡਾਇਗਰਾਮ ਵਗੈਰਾ ਬਣਾ ਕੇ ਅਸੀਂ ਬੋਰਡ 'ਚ ਚਿਪਕਾਏ ਹੋਏ हैं। जब ਬੱਚੇ ਦੇ ਮਾਤਾ ਪਿਤਾ ਜਾਂ ਪੇਸ਼ੈਂਟ ਆਉਂਦਾ ਹੈ ਤਾਂ ਅਸੀਂ ਉਹਨਾਂ ਨੂੰ ਦਿਖਾਉਂਦੇ ਹਾਂ ਕਿ ਦੇਖੀਏ ਇਸ ਤਰ੍ਹਾਂ ਦੇ ਦੋ ਤਿੰਨ ਤਰ੍ਹਾਂ ਦੀ ਟੈਕਨੀਕ ਹੁੰਦੀ ਹੈ, ਇਸ ਦੇ ਫਾਇਦੇ ਨੁਕਸਾਨ ਇਹ ਹੈਗੇ, ਤੁਸੀਂ ਕਿਹੜੀ ਟੈਕਨੀਕ ਦੇ ਨਾਲ ਜਾਣਾ ਚਾਹੁੰਦੇ ਹੋ, ਤੇ ਉਸੇ ਹਿਸਾਬ ਨਾਲ ਅਸੀਂ ਫਿਰ ਆਪਰੇਸ਼ਨ ਦਾ ਪਲਾਨ ਕਰਦੇ ਹਾਂ। तो सारा नफ़ा नुकसान बता के ही असी प्रोसीड कर सकते हैं, क्योंकि अगर बच्चे के पेरेंट्स साढ़े नाल नहीं है तो असी ऑपरेशन क्या नहीं कर सकते हैं। ਜਦੋਂ ਤੱਕ ਇਹ ਜੇ ਕਹੀਏ ਟੈਕਨੀਕ ਨਹੀਂ ਸੀ, ਜਿਹੜੇ ਪਹਿਲਾਂ ਤੁਸੀਂ ਆਪਰੇਟ ਕਰੇ, ਉਦੋਂ ਹੁੰਦਾ ਸੀਗਾ ਖਾਸ ਕਰ ਜੇ ਕਿਹਾ ਜਾਵੇ ਜਿਹੜੇ ਮਾਪੇ ਹੁੰਦੇ ਨੇ ਬੱਚੇ ਦੇ, ਕਿ ਆਖਰਕਾਰ ਜੀ ਜਦੋਂ ਇਹ ਲੌਂਗ ਟਰਮ ਜਾਏਗੀ ਅੱਗੇ, ਕਿਉਂਕਿ ਪਹਿਲਾਂ ਜ਼ਿੰਦਗੀ ਬਚਾਉਣਾ ਹੁੰਦਾ, ਫਿਰ ਨਾਲ ਇਹ ਵੀ ਬੰਦਾ ਸੋਚਣ ਲੱਗ ਜਾਂਦਾ ਯਾਰ ਕੱਲ੍ਹ ਨੂੰ ਇਹਨੂੰ ਇਹ ਚੀਜ਼ਾਂ 'ਚ ਦਿੱਕਤ ਆਊਗੀ, ਇਹ ਪਰੇਸ਼ਾਨੀ ਆਊਗੀ, ਉਦੋਂ ਵੀ ਡਿਸਕਸ ਕਰਦੇ ਸੀ ਇਸ ਤਰ੍ਹਾਂ ਦੀ ਪਰੇਸ਼ਾਨੀ? हाँ जी, ज़रूर डिस्कस करते सीगे। तो जो पुरानी टेक्निक सीगी तब तक, क्योंकि जब मैं एम्स 'ਚ ਸੀਗਾ ਤਾਂ ਉੱਥੇ ਵੀ ਇਹ ਟੈਕਨੀਕ, ਨਈ ਟੈਕਨੀਕ ਨਾਲ ਆਪਰੇਸ਼ਨ ਨਹੀਂ ਹੁੰਦੇ ਸੀ। ਇਹ ਪਿਛਲੇ 4-5 ਸਾਲ ਦੇ ਵਿੱਚ ਹੀ ਇਹ ਟੈਕਨੀਕ ਨਈ ਐਡਵਾਂਸ ਹੋਈ ਹੈ ਔਰ ਹਰ 6 ਮਹੀਨੇ 'ਚ ਕੁਛ ਨਾ ਕੁਛ ਨया ਆਉਂਦਾ ਰਹਿੰਦਾ ਹੈ। ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਨਈ ਟੈਕਨੀਕ ਦਾ ਪੇਸ਼ੈਂਟ ਨੂੰ ਫਾਇਦਾ ਮਿਲੇ, ਤੇ ਬੱਚੇ ਦੀ ਸੇਫਟੀ ਵੀ ਇੰਪੋਰਟੈਂਟ ਹੈਗੀ ਸਭ ਤੋਂ ਜ਼ਿਆਦਾ, ਤਾਂ ਸੇਫਟੀ ਨੂੰ ਅੱਗੇ ਰੱਖ ਕੇ ਅਸੀਂ ਜੋ ਵੀ ਬੈਸਟ ਕਰ ਸਕਦੇ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਦੋ ਚੀਜ਼ਾਂ ਹੋਰ ਨੇ, ਪਰ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਸਟਾਰਟਿੰਗ ਜਦੋਂ ਇਹ ਸ਼ੁਰੂਆਤ ਹੋਈ ਪਤਾ ਲੱਗਿਆ, ਉਦੋਂ ਜੇ ਕਿਹਾ ਜਾਵੇ ਕਿ ਲੋਕ ਸਲਾਹਾਂ ਬਹੁਤ ਦਿੰਦੇ ਨੇ, ਲੋਕ ਸੁਝਾਅ ਬਹੁਤ ਦਿੰਦੇ ਨੇ ਕਿ ਇਸ ਤਰ੍ਹਾਂ ਕਰ ਲਓ, ਇਸ ਤਰ੍ਹਾਂ ਕਰ ਲਓ, ਉਦੋਂ ਵੀ ਹੋਇਆ ਇਸ ਤਰ੍ਹਾਂ ਦਾ? हाँ हुआ, मैंने आपको अभी बताया था कि किसी ने बोला कि इसको झड़वा लो, हम किसी तांत्रिक के पास चले गए कि झड़वा लिया, किसी ने बोला कि इसको देसी दवाई खिला के दिखाओ उससे ठीक हो जाएगा, फिर हमने वो देसी दवाई भी शुरू कर दी। बट इंसान अगर पढ़ा लिखा होता है, इंसान समझ आता है कि तांत्रिक भी कितना करेगा, क्या करेगा तांत्रिक, होता क्या है तांत्रिक। तो हमने तांत्रिक के पास गए, 1-1.5 महीना वहाँ चलते रहे, फिर दोबारा इको कराया तो देखा तो हार्ट का शेप तो वही है। ਉਹਨਾਂ ਨੇ ਵੀ ਨਹੀਂ ਕਰਿਆ ਵੀ ਸਾਤੋਂ ਠੀਕ ਨਹੀਂ ਹੋਣਾ, ਪਰ ਕਹਿੰਦੇ ਠੀਕ ਹੈ ਕਰ ਦਾਂਗੇ। नहीं, उन्होंने बोला कि 40 दिन की दवाई खिलाओ, देसी दवाई है, और उसके बाद ये इको करवाना और ठीक हो जाएगा। गारंटी मैंने मतलब 45 दिन में इको करवाया दोबारा, एक ही जगह करवाया, और ये नहीं कि अलग अलग, तो 2 बार इको करवाया और सेम रहा उसका। साइज में ना कोई बढ़ा ना घटा, उतना ही। ਤੇ ਫਿਰ ਵੈਸੇ ਉਹ ਦੁਬਾਰੇ ਫਿਰ ਮਨ ਕਿਵੇਂ ਬਣਾਇਆ ਕਿ ਨਹੀਂ ਡਾਕਟਰ ਕੋਲ ਹੀ ਜਾਣਾ ਪਏਗਾ ਇਸ ਦੇ ਨਾਲ? जैसे इको करवाया ना, मेरे मन में ये था कि मैं ना बस ये दवाई खिलाऊंगा 40-45 दिन, अगर इससे कोई फ़र्क पड़ा तो ठीक है, अदरवाइज़ मैं ऑपरेशन कराऊंगा। ये मेरे मतलब मैंने अपने मन में सोच रखा था। जैसे ही मैंने इको करवाया उससे अगले दिन मैंने ESI से रेफ़र करवाया, और उससे अगले दिन मैं सीधा इंडस हॉस्पिटल आया। ਮੈਮ ਦੇਖਿਆ ਜਾਵੇ ਇਹ ਚੀਜ਼ ਜੋ ਮੈਂ ਡਾਕਟਰ ਸਾਹਿਬ ਨਾਲ ਡਿਸਕਸ ਕਰ ਰਿਹਾ ਸੀ, ਤੁਹਾਡੇ ਵੀ ਕਿਉਂਕਿ ਤੁਸੀਂ ਮਾਂ ਹੋਗੇ, ਤੁਸੀਂ ਸਾਰੀਆਂ ਚੀਜ਼ਾਂ ਖੁਦ ਤੇ ਵੀ ਪਹਿਲਾਂ ਮਾਂ ਚੱਲਦੀ ਹੈ, ਉਸ ਤੋਂ ਬਾਅਦ ਧੀ ਦਾ ਜੇ ਅੱਗੇ ਖਾਸ ਕਰਕੇ ਅੱਗੇ ਧੀ ਹੋਵੇ ਤਾਂ ਉਹਦੇ ਬਾਰੇ ਵੀ ਖੁਦ ਸਮਝਦੀ ਹੈ ਵੀ ਇਹ ਚੀਜ਼ਾਂ ਦੀਆਂ ਦਿੱਕਤ ਨਾ ਆਵੇ ਸੀ, ਕਿ ਆਖਰਕਾਰ ਬੱਚੀ ਨੂੰ ਜੇ ਇਸ ਤਰ੍ਹਾਂ ਦਾ ਕੱਟ ਲੱਗ ਜਾਂਦਾ ਕੱਲ੍ਹ ਨੂੰ, ਜੇ ਆਹ ਟੈਕਨੀਕ ਜਿਹੜੀ ਹੁਣ ਤੁਹਾਡੇ ਬੱਚੇ ਨਾਲ ਉਹ ਕੀਤੀ ਹੈ, ਵੀ ਇਹਨੂੰ ਇਨ ਫਿਊਚਰ ਦੀ ਦਿੱਕਤਾਂ ਆਉਣਗੀਆਂ, ਕਿਉਂਕਿ ਇੱਕ ਕੁੜੀ ਵਾਸਤੇ ਜੇ ਦੇਖਿਆ ਜਾਵੇ ਆਪਦੇ ਆਪ ਨੂੰ ਜਸਟੀਫਾਈ ਕਰਨਾ ਬਹੁਤ ਔਖਾ ਹੁੰਦਾ ਹਰ ਇੱਕ ਚੀਜ਼ ਦੇ ਲਈ।
हाँ जी सर, मुश्किल तो होता ही है सबके लिए, मेरे लिए क्या सबके लिए। आजकल तो छोटी छोटी बात को इम्पोर्टेंस दी जाती है, तो ये तो इतना बड़ा स्कार होना था, तो वो तो प्रॉब्लम आती। ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂਗੇ ਕਿ ਜਦੋਂ ਮੈਰਿਜ ਹੁੰਦੀ ਹੈ ਉਦੋਂ ਤਾਂ ਛੋਟੀ ਛੋਟੀ ਚੀਜ਼ ਵੀ ਦੇਖੀ ਜਾਂਦੀ ਹੈ, ਕਰੀ ਜਾਂਦੀ ਹੈ। ਖਾਸ ਕਰ ਤਾਂ ਗਾਤੀ ਨੂੰ ਕਈ ਚੈਲੰਜਸ ਇਸ ਤਰ੍ਹਾਂ ਦੇ ਰਹਿੰਦੇ ਨੇ ਕਿਉਂਕਿ ਬਗਾਨੇ ਘਰ ਜਦੋਂ ਜਾਂਦੀ ਹੈਗੀ। ਪਰਿਵਾਰ ਦੇ ਵਿੱਚ ਡਿਸਕਸ ਕਰਿਆ ਸੀ ਇਸ ਚੀਜ਼ ਨੂੰ? हाँ जी, सबसे सबके साथ डिस्कशन किया, सास से पूछा, देवर से बात की, भाइयों से बात की, तो सबने बोला कि फर्स्ट इंपॉर्टेंस हमारे लिए हमारा बच्चा है। शादी तो बहुत दूर की बात है, अगर ऑपरेशन ना कराया कोई प्रॉब्लम होगी, शादी ना हुई तो क्या करोगे? शादी तो बहुत दूर की बात है, पहले बच्चों को बचाओ, बात की बात में देखेंगे। ਕਹਿ ਸਕਦੇ ਤੁਹਾਡੇ ਕੇਸ 'ਚ ਇਹ ਵੀ ਚੀਜ਼ ਹੈਗੀ ਹੈ ਕਿ ਲੋਕਾਂ ਨੂੰ, ਚਲੋ ਇਹ ਤਾਂ ਜਿਹੜਾ ਤੁਹਾਨੂੰ ਪਤਾ ਲੱਗ ਗਿਆ ਲੋਕਾਂ ਨੂੰ ਨਵੀਂ ਟੈਕਨੀਕ ਦਾ, ਪਰ ਇਹ ਵੀ ਹੈ ਕਿ ਨਾਲ ਆਖਰਕਾਰ ਜੇ ਕੋਈ ਇਸ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਹੈ ਤਾਂ ਤਾਂਤਰਿਕ ਸਾਧਨ ਦੇ ਧੱਕੇ ਨਾ ਚੜੋ ਤੁਸੀਂ। तांत्रिक के पास तो जाओ ही मत। तांत्रिक इन द सेंस वो तांत्रिक जैसे झाड़ फूक करने वाले थे, हाँ जी, देसी दवाई वाले। ਤਾਂ ਦੇਖੀਏ ਚ ਇਹ ਚੀਜ਼ ਵੀ ਪਤਾ ਲੱਗਦੀ ਹੈ ਕਿਉਂਕਿ ਜਦੋਂ ਬੰਦਾ ਪਰੇਸ਼ਾਨ ਹੁੰਦਾ ਹੈ, ਚੰਗਾ ਪੜ੍ਹਿਆ ਲਿਖਿਆ ਬੰਦਾ ਵੀ ਇਹ ਹੁੰਦਾ ਵੀ ਚਲੋ ਜਾ ਆਉਂਦੇ ਹਾਂ, ਕੋਈ ਨੁਕਸਾਨ ਤਾਂ ਹੈ ਨਹੀਂਗਾ, ਪਰ ਲੱਗਦਾ ਵੀ ਟਾਈਮ ਡਿਲੇ ਹੁੰਦਾ ਜਾਂਦਾ ਇਹ ਚੀਜ਼ਾਂ। ਟਾਈਮ ਵੀ ਡਿਲੇ ਹੁੰਦਾ ਜਾਂਦਾ ਹੈ ਔਰ ਕਾਫੀ ਦੇਸੀ ਦਵਾਈਆਂ ਦੇ ਵਿੱਚ ਹਾਰਡ ਮੈਟਲਸ ਹੁੰਦੇ ਆ ਜੀ, ਹੈ ਨਾ। ਦੇਸੀ ਦਵਾਈਆਂ ਦੇ ਵਿੱਚ ਉਹਨਾਂ ਦੇ ਕੋਈ ਸਾਇੰਟੀਫਿਕ ਲਿਖ ਕੇ ਨਹੀਂ ਦਿੰਦੇ ਕਿ ਉਹਦੇ ਵਿੱਚ ਕੀ ਪਾਇਆ ਉਹਨਾਂ ਨੇ। ਤਾਂ ਅਗਰ ਲੌਂਗ ਟਰਮ ਦੇਸੀ ਦਵਾਈ ਬਿਨਾਂ ਕਿਸੇ ਸਾਇੰਟੀਫਿਕ ਪ੍ਰੂਫ ਨਾਲ ਖਿਲਾਈ ਜਾਏ ਤਾਂ ਉਸ ਦੇ ਵਿੱਚ ਕਿਡਨੀ ਔਰ ਲਿਵਰ ਨੂੰ ਨੁਕਸਾਨ ਕਰ ਸਕਦੀ ਹੈ। ਤਾਂ ਕੋਈ ਬਹੁਤ ਹੀ ਜਾਣਾ ਮਾਨਾ ਪੜ੍ਹਾ ਲਿਖਿਆ ਬੰਦਾ ਹੈ ਜੋ ਦੇਸੀ ਦਵਾਈ ਦੇ ਰਿਹਾ ਹੈ ਤਾਂ ਬਾਤ ਅਲੱਗ ਹੈ, ਬਟ ਮੈਕਸਿਮਮ ਲੋਕ ਦੇ ਵਿੱਚ ਕੁਆਲੀਫਿਕੇਸ਼ਨ ਦੀ ਕਮੀ ਹੈਗੀ ਅਤੇ ਉਹ ਕੀ ਖਿਲਾ ਰਹੇ ਉਸ ਦਾ ਕੋਈ ਪ੍ਰੂਫ ਨਹੀਂ ਹੈਗਾ। ਤਾਂ ਉਹ ਹੈਵੀ ਮੈਟਲਸ ਜੋ ਦਵਾਈਆਂ ਦੇ ਵਿੱਚ ਹੁੰਦੇ ਆ ਉਹ ਸਰੀਰ ਨੂੰ ਨੁਕਸਾਨ ਕਰ ਸਕਦੇ ਆ। ਡਾਕਟਰ ਸਾਹਿਬ ਇਹ ਜਿਹੜਾ ਪੂਰਾ ਪ੍ਰੋਸੈਸ ਰਹਿੰਦਾ ਹੈ ਕਿੰਨੇ ਕੁ ਦਿਨ ਲੱਗਦੇ ਨੇ ਫਿਰ ਜਦੋਂ ਤੁਸੀਂ, ਜਿਵੇਂ ਕਿ ਹੁਣ ਚਲੋ ਇਹ ਫੈਮਿਲੀ ਆਈ, ਪਹਿਲਾਂ ਡਿਸਕਸ ਹੋਇਆ ਹੋਣਾ, ਫਿਰ ਦੁਬਾਰੇ ਆਏ ਹੋਣੇ ਆ, ਓਪਰੇਟ ਤੋਂ ਲੈ ਕੇ ਜੇ ਗੱਲ ਕੀਤਾ ਜਾਵੇ ਜਦੋਂ ਬੱਚਾ ਐਡਮਿਟ ਹੋ ਜਾਂਦਾ ਕਿੰਨੇ ਕੁ ਦਿਨ ਲੱਗਦਾ ਤੇ ਕੀ ਨਾਰਮਲ ਲਾਈਫ ਦੇ ਵਿੱਚ ਉਹ ਉਸੇ ਤਰ੍ਹਾਂ ਦੇ ਨਾਲ ਆ ਜਾਂਦਾ ਹੈ? ਕਿਉਂਕਿ ਬੱਚੇ ਦੀ ਜੇ ਗੱਲ ਕੀਤੀ ਜਾਵੇ ਸਿਆਣਾ ਬੰਦਾ ਸਮਝ ਜਾਂਦਾ, ਬੱਚੇ ਨੂੰ ਸਮਝਾਉਣਾ ਬਹੁਤ ਔਖਾ ਹੈ। ਉਹਨੂੰ ਜੇ ਕਹਾਂਗੇ ਇਸ ਤਰ੍ਹਾਂ ਨਹੀਂ ਕਰਨਾ, ਉਹਨੇ ਉਸੇ ਤਰ੍ਹਾਂ ਦੇ ਨਾਲ ਕਰਨਾ। ਦੇਖੋ ਜੀ, ਬੱਚੇ ਦਾ ਅਸੀਂ ਆਪਰੇਸ਼ਨ ਕੀਤਾ ਬੁੱਧਵਾਰ ਨੂੰ ਸਪੋਜ਼, ਤੋਂ ਬੱਚੇ ਨੂੰ ਅਸੀਂ ਸ਼ਨੀਵਾਰ ਤੱਕ ਛੁੱਟੀ ਕਰ ਦਿੱਤੀ ਸੀ ਅਤੇ ਬੱਚਾ ਨਾਰਮਲ ਚੱਲ ਫਿਰ ਸਕਦਾ ਸੀਗਾ। ਅੱਜ 15 ਦਿਨ ਹੋਏ ਆ, ਬੱਚਾ ਨਾਰਮਲ ਖੇਲ ਸਕਦਾ ਹੈ ਕਿਉਂਕਿ ਕੋਈ ਹੱਡੀ ਨਹੀਂ ਕੱਟੀ, ਤਾਂ ਫਿਰ ਕੋਈ ਇੱਦਾਂ ਕੋਈ ਪ੍ਰੀਕਾਸ਼ਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹਦੇ ਵਿੱਚ। ਨਾਰਮਲ ਖਾਣਾ ਖਾ ਸਕਦਾ ਹੈ, ਦਵਾਈਆਂ ਵੀ ਬਹੁਤ ਹੀ ਘੱਟ ਹੈਗੀ ਅਤੇ ਅਬ ਔਰ 15-20 ਦਿਨ 'ਚ ਅਸੀਂ ਔਰ ਦਵਾਈਆਂ ਨੂੰ ਘੱਟ ਕਰ ਦਾਂਗੇ ਅਤੇ ਬੱਚਾ ਫਿਰ ਨਾਰਮਲ ਜ਼ਿੰਦਗੀ ਜੀ ਸਕਦਾ ਹੈ, ਸਕੂਲ ਵੀ ਜਾਣਾ ਚਾਲੂ ਕਰ ਦੇਗਾ ਥੋੜ੍ਹੇ ਦਿਨ 'ਚ। ਦੇਖਿਆ ਜਾਵੇ ਹੁਣ ਠੀਕ ਹੈ ਕਨਿਕਾ, ਬਿਲकुल ਕੋਈ ਪਹਿਲਾਂ ਦੇ ਬਿਹੇਵੀਅਰ 'ਚ ਕੋਈ ਫਰਕ ਪਿਆ ਹੈ? बहुत फ़र्क पड़ा है। पहले ये मतलब खाना नहीं खाती थी, पानी बहुत ज़्यादा पीती थी, पसीना आता था इसको, और शांत रहती थी, बिल्कुल गुमसुम रहती थी। वो काफ़ी चेंज हो गया इसका बिहेवियर। ये हंसने बोलने लगी, बात करती है, एक्टिविटी बढ़ गई है इसकी ज़्यादा। पहले तो ना के बराबर थी। खाना भी मतलब पहले 1-2 बाइट खा के साइड में, पूरे दिन में ये मुश्किल से हाफ चपाती भी नहीं खा पाती थी। अब ये एक टाइम में 2 चपाती खाती है। उसके बाद मान लो हम बैठ के खाना खाने तो हमारे साथ भी एक आधी बाइट खा लेगी। ਯਾਨੀ ਕਿ ਹੁਣ ਮਾਂ ਨੂੰ ਪਰੇਸ਼ਾਨ ਕਰਦੀ ਹੈ ਪੂਰਾ, ਕਿਉਂਕਿ ਪਿਓ ਤਾਂ ਚੱਲ ਜਾਂਦਾ ਹੋਣਾ ਕੰਮ ਤੇ। हाँ जी, करती है परेशान थोड़ा, पहले से शरारती हो गई है, पहले तो ये बात ही नहीं करती थी। हाँ जी, एक्टिव हो गई है पहले से। ਬਿਲਕੁਲ ਜੇ ਦੇਖਿਆ ਜਾਵੇ ਖੈਰ ਬੱਚੇ ਖੈਰ ਚੰਗੇ ਲੱਗਦੇ ਨੇ, ਸ਼ਰਾਰਤਾਂ ਕਰਦੇ ਹੀ, ਪਰ ਨਾਲ ਦੇਖਿਆ ਜਾਵੇ ਤਾਂ ਇਹ ਜਿਹੜੀ ਦੱਸਣ ਦੀ ਦੇ ਵਿੱਚ 2-3 ਮਕਸਦ ਨੇ। ਉਹ ਇਹ ਕਿ ਇੱਕ ਤਾਂ ਪਹਿਲੀ ਸਭ ਤੋਂ ਗੱਲ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਹੈ ਪੜ੍ਹੇ ਲਿਖੇ ਡਾਕਟਰ ਕੋਲ ਹੀ ਜਾਓ। ਡਾਕਟਰ ਖੈਰ ਪੜ੍ਹੇ ਲਿਖੇ ਹੁੰਦੇ, ਪਰ ਕਹਿਣ ਦਾ ਮਤਲਬ ਕਿ ਜਿਹੜੇ ਲੋਕ ਸੁਝਾਅ ਦਿੰਦੇ ਨੇਗੇ ਉਹਨਾਂ ਦੇ ਪਿੱਛੇ ਸੁਣਨ ਤੋਂ ਇਲਾਵਾ ਇਹ ਹੈ ਕਿ ਡਾਕਟਰ ਦੀ ਸਲਾਹ ਲਈ ਜਾਵੇ, ਤੇ ਨਾਲ ਹੀ ਇਸ ਤਰ੍ਹਾਂ ਦੇ ਨਾਲ ਟਾਈਮ ਜ਼ਾਇਆ ਕਰਨ ਤੋਂ ਚੰਗਾ ਹੈ ਕਿ ਡਾਕਟਰ ਦੇ ਨਾਲ ਸਲਾਹ ਕੀਤੀ ਜਾਵੇ। ਪਰ ਦੇਖ ਸਕਦੇ ਹਾਂ ਕਿ ਜਿਵੇਂ ਪਹਿਲਾਂ ਦੇ ਜੋ ਆਪਰੇਟ ਹੁੰਦੇ ਰਹੇ ਉਹਨਾਂ ਦੇ ਵਿੱਚ ਜਿਹੜੀਆਂ ਗੱਲਾਂ ਮੈਂ ਕਰੀਆਂ ਨੇਗੀਆਂ ਇਹ ਪਰੇਸ਼ਾਨੀਆਂ ਆਈਆਂ ਨੇ। ਅੱਜ ਭਾਵੇਂ ਕੋਈ ਕਿਸੇ ਵੀ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਜੀ ਰਿਹਾ, ਪਰ ਉਹਦੇ ਨਾਲ ਕਿਤੇ ਨਾ ਕਿਤੇ ਦਿੱਕਤਾਂ ਪਰੇਸ਼ਾਨੀਆਂ ਜੁੜੀਆਂ ਹੋਈਆਂ ਜ਼ਰੂਰ ਸੀ। ਪਰ ਕਹਿ ਸਕਦੇ ਹਾਂ ਕਿ ਜਦੋਂ ਜਿਵੇਂ ਹੁਣ ਸਾਇੰਸ ਤਰੱਕੀ ਕਰ ਰਹੀ ਹੈ ਅਤੇ ਡਾਕਟਰ ਵੀ ਨਵੇਂ ਚੀਜ਼ਾਂ ਇਜਾਦ ਕਰ ਰਹੇ ਨੇ, ਇਹ ਪਰੇਸ਼ਾਨੀਆਂ ਹੱਲ ਹੁੰਦੀਆਂ ਨਜ਼ਰ ਆ ਰਹੀਆਂ ਨੇ। ਤੇ ਕਣਿਕਾ ਜੀ ਕਹਿ ਸਕਦੇ ਹਾਂ ਖੁਸ਼ੀ ਪਰਿਵਾਰ ਦੇ ਵਿੱਚ ਹੈ ਤੇ ਅੱਗੇ ਨਾਲੋਂ ਕਦੇ ਸ਼ਰਾਰਤੀ ਹੋਊਗੀ। ਵੀਡੀਓ ਜਰਨਲਿਸਟ ਅਸ਼ੋਕ ਦੇ ਨਾਲ ਸੁਮੀਤ ਸਿੰਘ ਰੋਜ਼ਾਨਾ, ਸਪੋਕਸਮੈਨ ਟੀਵੀ, ਚੰਡੀਗੜ੍ਹ।